ਇੱਕ ਇਤਿਹਾਸਕ ਸਾਖੀ ਤੋਂ ਸਿੱਖਿਆ ਲੈਣ ਦੀ ਕੋਸ਼ਿਸ਼ ਕਰਨੀ ਹੈ। ਬਸ ਸਾਖੀਆਂ ਤੁਸੀਂ ਸੁਣਦੇ ਹੀ ਰਹਿਣੇ ਹੋ ਨਾ, ਬਸ ਉਹ ਸਾਖੀ ਵਿੱਚ ਦੀ ਸਿੱਖਿਆ ਨੂੰ ਪਕੜਨਾ ਹੁੰਦਾ ਹੈ। ਸਾਖੀਆਂ ਬਹੁਤ ਵਾਰ ਤੁਸੀਂ ਸੁਣਦੀਆਂ, ਸੁੱਕੇ ਪ੍ਰਚਾਰ ਕਬੀਰ ਬਹੁਤ ਸੁਣਾਉਂਦੇ ਆ। ਸਾਡਾ ਬਾਣੀ ਵਿਚਾਰ ਤੇ ਵੱਧ ਜ਼ੋਰ ਹੈ। ਇਤਿਹਾਸ ਠੀਕ ਹੈ, ਪਰ ਇਤਿਹਾਸ ਦੀ ਉਹ ਗੱਲ ਮੰਨਣ ਯੋਗ ਹੈ ਜਿਹੜੀ ਗੱਲ ਬਾਣੀ ਤੇ ਪੂਰੀ ਉਤਰਦੀ ਹੈ। ਇਹ ਬਹੁਤ ਵਾਰ ਆਪਾਂ ਪਹਿਲਾਂ ਕੀਤੀ ਹੈ ਗੱਲ ਵੀ ਇਤਿਹਾਸ, ਸਾਡੇ ਜਿੰਨੇ ਇਤਿਹਾਸਕ ਗ੍ਰੰਥ ਨੇ, ਕਿਉਂਕਿ ਖਾਲਸਾ ਤਾਂ ਜੰਗਾਂ ਯੁੱਧਾਂ ਚੁਲਝਿਆ ਰਿਹਾ। ਦੇਖ ਲਓ ਦਸ਼ਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ 16 ਤੋਂ ਲੈ ਕੇ ਫਿਰ ਦੇਖੋ 65-70 ਤੱਕ ਦਾ ਜਮਾ ਜੰਗਲਾਂ ਬੇਲਿਆਂ 'ਚ ਹੀ ਰਹਿਣਾ ਪਿਆ ਸਿੰਘਾਂ ਨੂੰ। ਇਸ ਕਰਕੇ ਸਾਡਾ ਜਿਹੜਾ ਇਤਿਹਾਸ ਹੈ ਇਹ ਅਣਮੱਤੀਆਂ ਨੇ ਵਿਗਾੜਤਾ। ਬੜਾ ਕੂੜ ਕਬਾੜ ਲਿਖਿਆ ਹੋਇਆ ਇਤਿਹਾਸਕ ਗ੍ਰੰਥਾਂ ਦੇ ਵਿੱਚ, ਬੜਾ ਕੂੜ ਕਬਾੜ ਕਹਿ ਲਓ ਸਿੱਧਾ ਪੰਜਾਬੀ 'ਚ। ਤੇ ਕਿਹੜੀ ਗੱਲ ਸਹੀ ਹੈ? ਜੇ ਪਹਿਲਾਂ ਤੁਹਾਨੂੰ ਗੁਰਬਾਣੀ ਦਾ ਗਿਆਨ ਆਊਗਾ, ਗੁਰਬਾਣੀ ਨੇ ਤੁਹਾਡੇ ਅੰਦਰ ਇੱਕ ਸੋਝੀ ਪੈਦਾ ਕਰਨੀ ਹੈ ਸੱਚ ਦੀ, ਜਿਹਨੂੰ ਵਿਵੇਕ ਬੁੱਧੀ ਕਹਿੰਦੇ ਆ। ਉਹ ਵਿਵੇਕ ਬੁੱਧੀ ਨਾਲ ਇਤਿਹਾਸ ਪੜ੍ਹੋ, ਫਿਰ ਪੜ੍ਹੋ ਹੀ ਨਹੀਂ, ਫਿਰ ਤੁਹਾਨੂੰ ਪਤਾ ਲੱਗਣ ਲੱਗ ਜੂ ਵੀ ਆਹ ਗੱਲ ਗਲਤ ਹੈ, ਆਹ ਠੀਕ ਹੈ, ਗਲਤ ਹੈ, ਠੀਕ ਹੈ। ਭਾਵ ਇਤਿਹਾਸ ਦੀ ਉਹ ਗੱਲ ਮੰਨਣੀ ਹੈ ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਤੇ ਕਹਿ ਲਓ, ਗੁਰਬਾਣੀ ਦੇ ਸਟੈਂਡਰਡ ਤੇ ਕਹਿ ਲਓ, ਗੁਰਬਾਣੀ ਦੀ ਸਿੱਖਿਆ ਤੇ ਕਹਿ ਲਓ ਪੂਰੀ ਉਤਰਦੀ ਹੈ। ਜਿਹੜੀ ਗੱਲ ਗੁਰਬਾਣੀ ਗਿਆਨ ਤੋਂ ਉਲਟ ਹੈ ਉਹ ਇਤਿਹਾਸ ਦੀ ਗੱਲ ਗਲਤ ਹੈ, ਅਸੀਂ ਨਹੀਂ ਮੰਨਦੇ। ਇਸ ਕਰਕੇ ਗੁਰਬਾਣੀ ਹੀ ਸਾਡਾ ਬੇਸ ਹੈ। ਬੇਸ ਸਮਝ ਗਏ ਨਾ? ਆਧਾਰ, ਰੂਹਾਨੀ ਸੰਵਿਧਾਨ, ਸਪਿਰਿਚੁਅਲ ਕਨਸਟੀਟਿਊਸ਼ਨ, ਸਾਡੇ ਸਤਿਗੁਰੂ, ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ। ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਦਸ਼ਮੇਸ਼ ਪਿਤਾ ਨੇ। ਬਾਕੀ ਹਰ ਗੱਲ ਅਸੀਂ ਗੁਰਬਾਣੀ ਦੀ ਕਸਵੱਟੀ ਤੇ ਗੁਰਬਾਣੀ ਦੇ ਸਟੈਂਡਰਡ ਤੇ ਪਰਖਣੀ ਹੈ। ਜਿਹੜੀ ਗੱਲ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ ਉਹ ਰੱਦ। ਜਿਹੜੇ ਮਰਜੀ ਗ੍ਰੰਥ 'ਚ ਲਿਖੀ ਹੋਵੇ, ਜਿਹੜੇ ਮਰਜੀ ਵਿਦਵਾਨ ਨੇ ਲਿਖੀ ਹੋਵੇ, ਜਿਹੜੇ ਮਰਜੀ ਬਾਬੇ ਨੇ ਲਿਖੀ ਹੋਵੇ, ਜਿਹੜੇ ਮਰਜੀ ਜਿੱਥੇ ਮਰਜੀ ਲਿਖੀ, ਅਸੀਂ ਨਹੀਂ ਮੰਨਦੇ ਜੇ ਉਹ ਗੱਲ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ। ਇਹੀ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥ ਨਹੀਂ ਵਧਾਉਣਾ ਸਗਲੀ ਸ਼ਾਰ। ਸਾਰਿਆਂ ਤੋਂ ਉੱਪਰ ਗੁਰ ਸ਼ਬਦ ਦੀ ਵਿਚਾਰ ਨੂੰ ਰੱਖਣਾ ਹੈ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥ ਨਹੀਂ ਵਧਾਉਣਾ। ਹੋਰ ਕਿਸੇ ਵੀ ਕਥ ਨਹੀਂ, ਕਿਸੇ ਗੱਲਬਾਤ ਨੂੰ ਮੰਨੋ ਹੀ ਨਾ। ਗੁਰੂ ਜੀ ਕਹਿੰਦੇ ਕੋਈ ਕੁਛ ਹੀ ਮਰਜੀ ਕਹੀ ਚੱਲੇ, ਬਾਣੀ ਦੇ ਫੈਸਲੇ ਮੰਨੋ ਹੀ ਨਾ। ਐਵੇਂ ਨਾ ਮੰਨਿਆ ਕਰੋ ਫਲਾਨਾ ਬਾਬਾ ਐ ਕਹਿੰਦਾ, ਢਿਮਕਾ ਬਦਵਾਨ ਆਏ। ਕਿਸੇ ਬਦਵਾਨ ਦੀ ਗੱਲ ਨਹੀਂ ਮੰਨਣੀ, ਕਿਸੇ ਬਾਬੇ ਦੀ ਗੱਲ ਨਹੀਂ ਮੰਨਣੀ। ਗੱਲ ਮੰਨਣੀ ਹੈ ਗੁਰੂ ਗ੍ਰੰਥ ਸਾਹਿਬ ਦੀ, ਗੁਰਬਾਣੀ ਦੀ। ਗੁਰਬਾਣੀ ਦੀ ਗੱਲ ਕੋਈ ਵੀ ਸਮਝਾ ਦੇਵੇ, ਭੈਣ ਭਾਈਆਂ ਵਾਲਾ ਪਿਆਰ ਰੱਖਣਾ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਚਲੋ ਇਹ ਰਿਹਾ ਜੀ ਇਤਿਹਾਸ ਸਮਝਣ ਵਾਸਤੇ ਆਪਾਂ ਗੱਲ ਸਮਝ ਲਈ। ਆਓ ਇੱਕ ਸਾਖੀ ਤੋਂ ਸਿੱਖਿਆ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਧੰਨ ਗੁਰੂ ਨਾਨਕ ਸਾਹਿਬ ਉਧਰ ਅਹਿਮਨਾਬਾਦ ਦੇ ਵਿੱਚ ਇੱਕ ਰੱਬ ਦਾ ਪਿਆਰਾ ਹੈ। ਕੌਣ? ਭਾਈ ਲਾਲੋ। ਨਿੱਕਾ ਜਿਹਾ ਇਹਦਾ ਕੋਠੜਾ ਹੈ, ਛੋਟੀ ਛੋਟੀ ਚਾਰ ਦੀਵਾਰੀ ਹੈ, ਵਿੱਚ ਨਿੰਮ ਲੱਗਿਆ ਹੋਇਆ ਹੈ। ਇਹ ਲੱਕੜ ਦਾ ਮਿਸਤਰੀ ਹੈ, ਤਰਖਾਣ, ਲੱਕੜ ਨੂੰ ਤਰਾਸ਼ਣ ਵਾਲਾ, ਕਿੱਲੇ ਘੜਨ ਵਾਲਾ, ਮੰਜੇ ਪਾਵੇ ਬਾਹੀਆਂ ਬਣਾਉਣ ਵਾਲਾ, ਲੱਕੜ ਦਾ ਮਿਸਤਰੀ ਹੈ। ਤਰਖਾਣ, ਲੱਕੜ ਤਰਾਸ਼ਣ ਵਾਲਾ, ਲੱਕੜ ਦਾ ਮਿਸਤਰੀ। ਚਲੋ ਜਿਸ ਵੇਲੇ ਇਹ ਹੁਣ ਹੈ ਬੜੇ ਪਿਆਰ ਵਾਲਾ, ਬੜੇ ਪਿਆਰ ਵਾਲਾ ਹੈ। ਅੱਜ ਨਿੰਮ ਥੱਲੇ ਬੈਠਾ ਹੈ ਭਾਈ ਲਾਲੋ, ਕਿੱਲੇ ਘੜ ਰਿਹਾ। ਅੰਦਰੋਂ ਕੋਈ ਨਾ ਪਰਾਬਾਣੀ ਦੇ ਵਿੱਚੋਂ ਗਹਿਰਾ ਭਾਵ ਉੱਠਦਾ ਹੈ। ਜਵਾਨ ਤੇ ਤਾਂ ਬਹੁਤ ਬਾਅਦ ਵਿੱਚ ਲਫ਼ਜ਼ ਬਣਦੇ ਆ ਨਾ, ਪਰਾ ਤੋਂ ਪਸੰਤੀ ਚ ਆਉਂਦਾ, ਪਸੰਤੀ ਚੋਂ ਮੱਧਮਾ ਚ ਆਉਂਦਾ, ਮੱਧਮਾ ਚੋਂ ਕਿਤੇ ਫਿਰ ਵੈਖਰੀ ਬਾਣੀ ਤੇ ਆਉਂਦੀ ਹੈ ਗੱਲ। ਉਹ ਜਿਹੜੀ ਪਰਾਬਾਣੀ ਉਹ ਪ੍ਰਮਾਤਮਾ ਤੱਕ ਪਹੁੰਚਦੀ ਹੈ। ਉਹ ਜਵਾਨ ਦੇ ਬੋਲਾਂ ਤੇ ਨਹੀਂ ਰੀਝਦਾ। ਜੇ ਤੇਰੀ ਜਵਾਨ ਜੋ ਤੂੰ ਜੀਵਨਾ ਕਹਿਣਾ ਉਹ ਅੰਦਰ ਭਾਵ ਨਹੀਂ ਤੇਰੇ, ਫੇਰ ਰੱਬ ਤੱਕ ਨਹੀਂ ਪਹੁੰਚਦਾ। ਜਿੰਨਾ ਮਰਜੀ ਕੋਈ ਬੋਲੀ ਜਾਵੇ, ਭਾਵ ਪਹੁੰਚਦੇ ਪਰਮਾਤਮਾ। ਹਾਂ, ਜੇ ਜੀਵ ਅੰਦਰ ਦੇ ਭਾਵ ਦੀ ਤਰਜਮਾਨੀ ਕਰਦੀ ਹੈ ਤਾਂ ਜੀਵ ਦੇ ਬੋਲ ਵੀ ਮੁਬਾਰਕ ਹੈ। ਇਹ ਬਰੀਕ ਗੱਲ ਸਮਝਣ ਦੀ ਕੋਸ਼ਿਸ਼ ਕਰਿਓ ਵੀ ਜੇ ਤੂੰ ਜੀਵ ਨਾ ਉਹ ਕਹਿ ਰਿਹਾ ਜੋ ਅੰਦਰ ਤੇਰੇ ਭਾਵ ਹੈ, ਫਿਰ ਜੀਵ ਦੇ ਬੋਲ ਵੀ ਮੁਬਾਰਕ ਹੈ। ਪਰ ਜੇ ਸਿਰਫ ਜੀਵ ਦੇ ਨਾ ਕਹਿ ਰਹੇ ਅੰਦਰ ਭਾਵ ਕੋਈ ਨਹੀਂ, ਫਿਰ ਡਰਾਮਾਬਾਜੀ ਹੈ। ਇੱਕ ਅੰਦਰੋਂ ਬੋਲ ਆਉਂਦੇ ਆ ਰਸਨਾ ਤੇ, ਅੰਦਰੋਂ ਬੋਲ ਆਉਂਦੇ ਆ। ਜਿਵੇਂ ਇੱਕ ਅੰਦਰੋਂ ਹਾਸਾ ਆਉਂਦਾ,
ਹਾਸਾ ਮੂੰਹ ਚ ਆਈ ਗਿਆ ਨਾ, ਅਸਲੀ ਹਾਸਾ ਹੁੰਦਾ। ਇੱਕ ਹੱਸ ਕੇ ਦਿਖਾਉਣਾ, ਕੋਈ ਡਰਾਮਾਬਾਜੀ ਕਰਦਾ, ਐਕਟਿੰਗ ਹੁੰਦੀ ਹੈ ਨਾ ਡਰਾਮਿਆਂ ਦੇ ਵਿੱਚ, ਹੱਸ ਕੇ ਦਿਖਾਉਂਦਾ, ਇਹ ਨਕਲੀ ਹਾਸਾ ਹੈ ਨਾ। ਇੱਕ ਅਸਲੀ ਰੋਣਾ ਹੁੰਦਾ, ਅੰਦਰੋਂ ਆਉਂਦਾ, ਇੱਕ ਨਕਲੀ ਰੋਣਾ ਹੁੰਦਾ, ਰੋ ਕੇ ਦਿਖਾਉਣਾ, ਅੰਦਰੋਂ ਨਹੀਂ ਆਇਆ। ਚਲੋ ਏਦਾਂ ਕਹਿਣ ਦਾ ਭਾਵ ਕੀ ਹੈ, ਡਰਾਮਾਬਾਜੀ ਨਹੀਂ ਪ੍ਰਮਾਤਮਾ ਨੂੰ ਚੰਗੀ ਲੱਗਦੀ। ਡਰਾਮਾਬਾਜੀ ਹੁੰਦੀ ਹੈ ਜੀਭ ਨਾਲ ਕੁਛ ਕਹਿਣਾ, ਅੰਦਰ ਭਾਵਨਾ ਹੋਣਾ, ਯਾਦ ਰੱਖਿਓ। ਹੁਣ ਲਾਲੋ ਜੀਭ ਦੇ ਨਾਲ ਤਾਂ ਕੁਛ ਨਹੀਂ ਕਹਿ ਰਿਹਾ, ਭਾਈ ਲਾਲੋ ਦੇ ਤਾਂ ਪਰਾਬਾਣੀ ਚੋਂ ਗਹਿਰਾ ਭਾਵ ਉੱਠਦਾ। ਜਦੋਂ ਪਰਾਬਾਣੀ ਚੋਂ ਭਾਵ ਉੱਠਦਾ ਨਾ ਗਹਿਰਾ, ਨੇਤਰਾਂ ਦੇ ਵਿੱਚੋਂ ਬਰਾਗ ਦਾ ਜਲ ਜਾਂਦਾ ਹੈ। ਬਰਾਗ ਦਾ ਜਲ ਜਾਂਦਾ ਹੈ, ਤੇਸੇ ਤੇ ਡਿੱਗਦਾ, ਤੇਸੇ ਤੋਂ ਲੱਕੜ ਤੇ ਜਾ ਕੇ ਸੁੱਕ ਜਾਂਦਾ ਹੈ। ਫਿਰ ਅੰਦਰੋਂ ਕੋਈ ਉੱਠਦਾ ਭਾਵ, ਝਰਨਾਟ ਪੈਂਦਾ ਸਰੀਰ ਨੂੰ, ਵਾਈਬ੍ਰੇਸ਼ਨ ਹੁੰਦੀ ਹੈ, ਝਰਨਾਟਿਆ ਜਾਂਦਾ ਸਾਰਾ ਸਰੀਰ। ਫਿਰ ਅੱਖਾਂ ਦੇ ਵਿੱਚੋਂ ਬਰਾਗ ਦਾ ਜਲ ਆਉਂਦਾ ਹੈ, ਤੇਸੇ ਤੇ ਡਿੱਗਦਾ, ਲੱਕੜ ਤੇ ਜਾ ਕੇ ਸੁੱਕ ਜਾਂਦਾ ਹੈ। ਇਸ ਅਵਸਥਾ ਦੇ ਵਿੱਚ ਬੈਠਾ ਹੈ ਭਾਈ ਲਾਲੋ। ਹੁਣ ਭਾਈ ਲਾਲੋ ਦੇ ਅੰਦਰੋਂ ਜੋ ਭਾਵ ਉੱਠ ਰਿਹਾ ਹੈ ਗਹਿਰਾ, ਉਹ ਭਾਵ ਪਰਮਾਤਮਾ ਤੱਕ ਪਹੁੰਚ ਗਿਆ। ਭਾਵ ਪਹੁੰਚਦੇ ਆ ਨਾ, ਅੰਦਰੋਂ ਕੀ ਭਾਵ ਉੱਠ ਰਿਹਾ ਸੀ, ਉਸ ਭਾਵ ਨੂੰ ਆਪਾਂ ਵੈਖਰੀ ਬਾਣੀ ਚ ਕਹਿਣਾ ਹੋਵੇ ਮਨੁੱਖ ਨੂੰ ਸਮਝਾਉਣ ਵਾਸਤੇ, ਅੰਦਰੋਂ ਭਾਵ ਉੱਠ ਰਿਹਾ ਸੀ ਕਿ ਮਾਲਕ ਜੀ ਕੋਈ ਆਪਣਾ ਪਿਆਰਾ ਮੇਲ ਜਿਹੜਾ ਮੈਨੂੰ ਆਪ ਨਾਲ ਮਿਲਣ ਦਾ ਸਾਧਨ ਦੱਸੇ। ਹੁਣ ਪਿਆਰ ਬੜਾ ਹੈ, ਅੰਦਰੋਂ ਗਹਿਰਾ ਭਾਵ ਉੱਠਿਆ, ਭਾਵ ਪਹੁੰਚ ਗਿਆ, ਭਾਵ ਪਹੁੰਚ ਗਿਆ, ਤਾਂ ਕਿ ਆਪ ਨਾਲ ਮਿਲਣ ਦਾ ਮਾਰਗ ਪਤਾ ਲੱਗ ਜਾਵੇ। ਪਿਆਰ ਹੈ ਤਾਂ ਤੇ ਜਿਸ ਵੇਲੇ ਗੁਰੂ ਨਾਨਕ ਬਾਬਾ ਜੀ ਨੂੰ ਨਿਰੰਕਾਰ ਵੱਲੋਂ, ਪਰਮਾਤਮਾ ਵੱਲੋਂ ਪ੍ਰੇਰਨਾ ਹੋਈ ਵੀ ਲਾਲੋ ਦੇ ਘਰ ਪਹੁੰਚ ਕੇ ਮਾਰਗ ਦੱਸਿਆ ਜਾਵੇ। ਲਾਲੋ ਦਾ ਭਾਵ ਨਿਰੰਕਾਰ ਤੱਕ ਪਹੁੰਚਿਆ। ਨਿਰੰਕਾਰ ਪਰਮਾਤਮਾ ਜੀ ਵੱਲੋਂ ਗੁਰੂ ਨਾਨਕ ਬਾਬਾ ਜੀ ਨੂੰ ਨਿਰੰਕਾਰੀ ਪ੍ਰੇਰਨਾ ਹੋਈ ਹੈ ਕਿ ਲਾਲੋ ਕੋਲ ਪਹੁੰਚ ਕੇ ਉਹਨੂੰ ਮਾਰਗ ਦੱਸਿਆ ਜਾਵੇ। ਸ਼ਬਦ ਸੁਰਤ ਮਾਰਗ, ਸ਼ਬਦ ਗੁਰੂ ਸੁਰਤ ਧੁਨ ਚੇਲਾ ਦਾ ਰਾਹ ਦੱਸੋ। ਗੁਰੂ ਨਾਨਕ ਬਾਬਾ ਜੀ ਪਰਮਾਤਮਾ ਜੀ ਤੋਂ ਮਿਲੀ ਪ੍ਰੇਰਨਾ ਦੇ ਮੁਤਾਬਕ ਭਾਈ ਮਰਦਾਨਾ ਜੀ ਦੇ ਸਮੇਤ ਭਾਈ ਲਾਲੋ ਦੇ ਘਰ ਪਹੁੰਚੇ। ਲਾਲੋ ਦੇ ਘਰ ਪਹੁੰਚੇ ਜਿਸ ਵੇਲੇ, ਤਾਂ ਤੇ ਜਦੋਂ ਪਹੁੰਚ ਗਏ ਪੈਰਾਂ ਦੀ ਆਹਟ ਹੋਈ, ਪੈੜ ਚਾਲ ਕਹਿ ਲੋ ਵੀ ਕੋਈ ਆ ਰਿਹਾ ਹੈ। ਲਾਲੋ ਨੇ ਜਿਸ ਵੇਲੇ ਅੱਖ ਪੱਟ ਕੇ ਵੇਖਿਆ, ਅੰਦਰੋਂ ਹਿਰਦੇ ਦੇ ਵਿੱਚੋਂ ਭਾਵ ਆ ਗਿਆ। ਹਿਰਦਾ ਭਾਵ ਸੈਂਟਰ ਹੁੰਦਾ ਹੈ, ਹਿਰਦਾ ਕੋਈ ਸਰੀਰ ਦਾ ਅੰਗ ਨਹੀਂ, ਅੰਦਰ ਇੱਕ ਭਾਵ ਸੈਂਟਰ ਹੈ ਜੋ ਸਕਿਰਿਆ ਹੋ ਜਾਂਦਾ ਹੈ, ਕੰਮ ਕਰਨਾ ਸ਼ੁਰੂ ਕਰ ਦਿੰਦਾ ਕਹਿ ਲੋ। ਅੰਦਰ ਦੇ ਭਾਵ ਨੇ ਸਾਧੀ ਭਰਤੀ ਕਿ ਆ ਗਏ, ਅੰਦਰ ਦੇ ਭਾਵ ਨੇ। ਲਓ ਜੀ, ਭਾਈ ਲਾਲੋ ਉੱਠਿਆ, ਇੱਕ ਖੇਸ ਵਿਛਾ ਦਿੱਤਾ ਛੇਤੀ ਦੇ ਨੇ ਮੰਜੇ ਤੇ। ਗੁਰੂ ਨਾਨਕ ਬਾਬਾ ਜੀ ਨਿੰਮ ਦੀ ਛਾਂ ਦੇ ਵਿੱਚ ਬੈਠ ਗਏ। ਇੱਕ ਮੂੜਾ ਸੀ ਉਹ ਪਾਸੇ ਤੇ ਢਾਹ ਦਿੱਤਾ, ਭਾਈ ਮਰਦਾਨਾ ਜੀ ਬੈਠ ਗਏ। ਪਾਣੀ ਪਿਲਾਇਆ, ਕਿਉਂ ਥੋੜੀ ਥੋੜੀ ਗਰਮੀ ਦੇ ਦੇਣਾ। ਫਿਰ ਸਾਦਾ ਦਾਲਾ ਭਾਜਾ ਤਿਆਰ ਕੀਤਾ, ਕੋਧਰੇ ਦਾ ਪ੍ਰਸ਼ਾਦਾ ਇਤਿਹਾਸ ਦੱਸਦਾ ਬਣਾਇਆ। ਬਾਜਰੇ ਨੂੰ ਕਹਿੰਦੇ ਆ ਬਾਜਰਾ, ਚਲੋ ਆਪਾਂ ਬਾਜਰਾ ਹੀ ਕਹਿ ਲਓ, ਕਈਆਂ ਨੂੰ ਕੋਧਰੇ ਦਾ ਪਤਾ ਨਹੀਂ ਹੁੰਦਾ। ਸੋ ਬਾਜਰੇ ਦਾ ਪ੍ਰਸ਼ਾਦਾ ਬਣਾਇਆ, ਸਾਦਾ ਕੋਈ ਦਾਲ ਭਾਜਾ ਬਣਾਇਆ, ਪਰੋਸ ਦਿੱਤਾ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਵੱਲ ਨੂੰ ਵੇਖਣ ਲੱਗੇ, ਜਦੋਂ ਬੋਲੇ ਤਾਂ ਕੁਛ ਨਹੀਂ। ਕਈ ਵਾਰੀ ਭਾਵ ਬਣ ਜਾਂਦਾ, ਅਜੇ ਤੱਕ ਨਵਾਂ ਨਵਾਂ ਤਜਰਬਾ ਹੋਣ ਲੱਗਿਆ ਨਾ, ਅਜੇ ਸ਼ੁਰੂ ਹੋਇਆ ਹਾਲੇ ਪ੍ਰਚਾਰ ਯਾਤਰਾ। ਗੁਰੂ ਨਾਨਕ ਬਾਬਾ ਜੀ ਨੇ ਉੱਥੇ ਹੀ ਰੋਕ ਦਿੱਤਾ, ਅੰਦਰ ਦੇ ਭਾਵ ਨੂੰ ਫੜ ਲਿਆ। ਸੁਰਤ ਦੀ ਫਰੀ ਕਿਉਂ ਸੀ ਨੇ, ਕਹਿੰਦੇ ਮਰਦਾਨਿਆ ਇੱਥੇ ਹੀ ਰੋਕ ਲਾ ਆਪਣੇ ਭਾਵ ਨੂੰ, ਦੇਖੀ ਕਿਤੇ ਪਿਆਰ ਦੀ ਫਲਵਾੜੀ ਵਿੱਚ ਬੇਅਦਬੀ ਦਾ ਪੈਰ ਨਾ ਕਿਤੇ ਪਾ ਦੀ, ਮੂੰਹ ਦੇ ਵਿੱਚ ਬੁਰਕੀ ਪਾ। ਕੋਈ ਭਾਵ ਬਣਦਾ ਸੀ, ਉੱਥੇ ਹੀ ਰੋਕਤਾ। ਭਾਈ ਮਰਦਾਨਾ ਜੀ ਨੇ ਬਾਜਰੇ ਦੀ ਇੱਕ ਬੁਰਕੀ ਮੂੰਹ ਚ ਪਾਈ, ਐਸਾ ਸਵਾਦ ਆਇਆ ਜਿਹੜਾ ਸਵਾਦ ਪਹਿਲਾਂ ਕਿਸੇ ਵੀ ਦੁਨਿਆਵੀ ਪਦਾਰਥ ਦਾ ਨਹੀਂ ਆਇਆ ਸੀ। ਰਸ ਕਾਹਦਾ ਹੈ? ਉਹ ਪ੍ਰੇਮ ਰਸ ਹੈ, ਕਿਰਤ ਰਸ ਹੈ। ਇੱਕ ਤਾਂ ਹੱਕ ਸੱਚ ਦੀ ਕਮਾਈ ਹੈ ਭਾਈ ਲਾਲੋ ਦੀ, ਇੱਕ ਸ਼ੁੱਧ ਪ੍ਰੇਮ ਹੈ। ਜਿੱਥੇ ਪ੍ਰੇਮ ਤੇ ਕਿਰਤ ਦੋ ਇਕੱਠੇ ਹੋ ਜਾਣ,
ਉਦੋਂ ਵੱਡਾ ਰਸ ਕਿਤੇ ਹੁੰਦਾ ਹੀ ਨਹੀਂ। ਬੋਲੋ ਸਤਨਾਮ। ਉਦੋਂ ਵੱਡਾ ਰਸ ਨਹੀਂ ਕਿਤੇ ਨਾ। ਜਿੱਥੇ ਪ੍ਰੇਮ ਹੈ ਨਾ, ਉੱਥੇ ਵਿੱਚੋਂ ਰਮਜਦੇ ਤਾਂ ਉਹ ਤਾਂ ਅੱਗੇ ਇਤਿਹਾਸ ਦੀ ਹੈ। ਉੱਥੇ ਤਾਂ ਪਾਣੀ ਵੀ ਪ੍ਰਵਾਨ ਹੋ ਗਿਆ। ਭਾਈ ਸਾਧਾ ਤੇ ਭਾਈ ਰੂਪ ਚੰਦ ਨੇ ਸੁਰਤ ਰਾਹੀਂ ਟੈਲੀਫੋਨ ਕੀਤਾ ਸੀ 6ਵੇਂ ਪਾਤਸ਼ਾਹ ਨੂੰ। ਸੁਰਤ ਦੀ ਫਰੀਕੁਐਂਸੀ ਹੁੰਦੀ ਹੈ ਨਾ, ਟੈਲੀਪੈਥੀ ਨੂੰ ਸਾਇੰਸ ਵੀ ਮੰਨਦੀ ਹੈ। ਅੱਜ ਉਹ ਤਾਂ ਗਵਾਚ ਗਿਆ। ਅੱਜ ਤਾਂ ਆਪਣੇ ਕੋਲ ਸਾਇੰਸ ਵਾਲਾ ਆ ਗਿਆ ਮੋਬਾਈਲ ਫੋਨ, ਚਲੋ ਵਰਤਣਾ ਪੈਂਦਾ। ਸੁਰਤ ਵਾਲਾ ਤਾਂ ਗਵਾਚ ਗਿਆ। ਚਲੋ ਸੁਰਤ ਰਾਹੀਂ ਟੈਲੀਫੋਨ ਕੀਤਾ ਸੀਗਾ। ਸੁਰਤ ਰਾਹੀਂ 6ਵੇਂ ਪਾਤਸ਼ਾਹ ਨੂੰ ਕੀ ਜਲ ਠੰਡਾ ਹੋ ਗਿਆ ਸੀ ਨਾ, ਲੋ ਲੱਗ ਕੇ ਸੁਰਤ ਪਿਆਰ ਦੇ ਘਰ ਚਲੀ ਗਈ ਵੀ 6ਵੇਂ ਪਾਤਸ਼ਾਹ ਦੇ ਪੀਣ ਵਾਲਾ ਪਾਣੀ। ਸੁਰਤ ਰਾਹੀਂ ਟੈਲੀਫੋਨ ਕਰਤਾ, ਕਹਿੰਦੇ ਮਹਾਰਾਜ ਜੀ ਜਲ ਛਕ ਲਓ ਆ ਕੇ। ਬੋਲੋ ਸਤਨਾਮ। ਆਈ ਨਹੀਂ ਕਿਹਾ ਸੀ ਵੀ ਬਦਾਮ ਘੋਟ ਕੇ ਪਾਇਆ ਦੁੱਧ ਚ ਜਾਂ ਪੀਜ਼ਾ ਬਣਾਇਆ ਜਾਂ ਬੜੀਆਂ ਆਈਟਮਾਂ, ਨਾ ਕੀ ਜਲ ਛਕ ਲਓ। ਜਲ ਤੇ ਭਾਈ ਕੀ ਡਰੌਲੀ ਤੋਂ 6ਵੇਂ ਪਾਤਸ਼ਾਹ ਸਿਖਰ ਦੁਪਹਿਰੇ ਪਾਣੀ ਪੀਣੀ ਭੱਜੇ ਆਏ। ਬੋਲੋ ਸਤਨਾਮ। ਕਮਾਲ। ਜਿੱਥੇ ਪ੍ਰੇਮ, ਅੱਜ ਦੇ ਨੂੰ ਤੁਸੀਂ ਕਿਸੇ ਨੂੰ ਕਹਿ ਕੇ ਦੇਖ ਲਿਓ ਵੀ ਪਾਣੀ ਪੀ ਜਿਓ, ਨੱਕ ਜਾ ਚੜਾਓ। ਪਾਣੀ ਦੀ ਗੱਲ ਕਰਦੇ, ਦੇਖੀ ਨਾ ਪਾਣੀ। ਹਾਂਜੀ ਚਲੋ ਹੁਣ ਵਿਸਥਾਰ ਦਾ ਸਮਾਂ ਨਹੀਂ। ਜਿਸ ਵੇਲੇ ਕੀ ਹੋਇਆ, ਏਦਾਂ ਹੁਣ ਪ੍ਰਸ਼ਾਦਾ ਛਕਿਆ, ਬੜਾ ਰਸ ਬਣੇ। ਕੋਈ ਕਿਰਤ ਹੈ ਤੇ ਪ੍ਰੇਮ ਹੈ, ਪ੍ਰੇਮ ਹੈ ਤੇ ਕਿਰਤ ਹੈ। ਇਹ ਨਹੀਂ ਵੀ ਪ੍ਰਸ਼ਾਦਾ ਕਾਹਦਾ ਨਾ, ਕਿਰਤ ਤੇ ਪ੍ਰੇਮ ਵੱਡੀ ਗੱਲ ਹੈ। ਲਓ ਜੀ, ਜਿਸ ਵੇਲੇ ਫਿਰ ਗੁਰੂ ਨਾਨਕ ਬਾਬਾ ਜੀ ਦਾ ਲਾਲੋ ਜੀ ਦੇ ਨਾਲ ਇੱਕ ਉਹ ਕੋਠੇ ਵਿੱਚ ਮਿਲਣ ਹੋਇਆ, ਜਿੱਥੇ ਭਾਈ ਲਾਲੋ ਨੂੰ ਸੁਰਤ ਸ਼ਬਦ ਮਾਰਗ ਦੀ ਸੋਝੀ ਦਿੱਤੀ ਹੈ ਗੁਰੂ ਬਾਬਾ ਜੀ ਨੇ। ਸ਼ਬਦ ਗੁਰੂ ਸੁਰਤ ਝੋਂ ਚੇਲਾ ਦਾ ਮਾਰਗ ਦੱਸਿਆ ਵੀ ਦੇਹ ਨਾਲ ਨਹੀਂ ਜੁੜਨਾ, ਸ਼ਬਦ ਨਾਲ ਜੁੜਨਾ। ਸ਼ਬਦ ਮਲਾਵਾ ਹੋਤ ਹੈ, ਦੇਹ ਮਲਾਵਾ ਨਹੀਂ। ਇਤਿਹਾਸਕ ਵਚਨ ਹੈ, ਉੱਥੇ ਕਿਹਾ ਭਾਈ ਲਾਲੋ ਜੀ ਨੂੰ। ਇਹ ਇਤਿਹਾਸਕ ਵਚਨ ਹੈ, ਭੁੱਲ ਨਾ ਜਾਇਓ ਵੀ ਇਹ ਗੁਰਬਾਣੀ ਚ ਨਹੀਂ ਲਿਖਿਆ। ਇਹ ਇਤਿਹਾਸਕ ਵਚਨ ਹੈ। ਬਾਣੀ ਦੇ ਵਿੱਚ ਕੀ ਹੈ, ਸ਼ਬਦ ਗੁਰੂ ਸੁਰਤ ਤੋਂ ਚੇਲਾ ਸਿੱਧ ਹੋਇਆ ਨਾ ਵੀ ਵਚਨ ਇਹ ਬਾਣੀ ਮੁਤਾਬਕ ਹੈ। ਤਾਂ ਤੇ ਸ਼ਬਦ ਨਾਲ ਜੁੜਨਾ ਹੈ। ਪਰਮਾਤਮਾ ਹਾਜ਼ਰ ਹੈ, ਉਹਨੂੰ ਹਾਜ਼ਰ ਜਾਣਨਾ ਹੈ। ਨਾਲ ਪਰਮਾਤਮਾ ਦਾ ਸਾਰਾ ਸਰੂਪ ਸਮਝਾ ਦਿੱਤਾ। ਚਲੋ ਸਾਰੀ ਯੁਕਤੀ ਦੱਸ ਦਿੱਤੀ, ਹੁਣ ਸੰਖੇਪ ਕਰਾਂ। ਕਈ ਦਿਨ ਗੁਰੂ ਨਾਨਕ ਬਾਬਾ ਜੀ ਇੱਥੇ ਵਿਚਰਦੇ ਰਹੇ। ਦਿਨੇ ਆਪਣੀ ਮੌਜ ਦੇ ਵਿੱਚ ਵਿਚਰਨਾ, ਰਾਤੀ ਭਾਈ ਲਾਲੋ ਦੇ ਘਰ ਹੀ ਆ ਕੇ ਰਹਿਣਾ। ਇੱਥੇ ਵਿਚਰ ਰਹੇ ਹੈ ਤਾਂ ਇੱਥੇ ਇੱਕ ਰਿਸ਼ਵਤਖੋਰ ਮੁਲਾਜ਼ਮ ਹੈ, ਮਲਕ ਭਾਗੋ ਜੀ ਦਾ ਨਾਮ ਦੱਸਿਆ ਇਤਿਹਾਸ ਨੇ, ਤੁਹਾਨੂੰ ਸੁਣੀ ਹੈ ਤੁਸੀਂ। ਇਹ ਕੀ ਕਰਦਾ ਸੀ, ਲੋਕਾਂ ਦੇ ਹੱਕ ਮਾਰਦਾ ਸੀ। ਕੋਈ ਅਹੁਦੇਦਾਰ ਹੈ, ਪਰ ਸਾਲ ਬਾਅਦ ਇੱਕ ਭੰਡਾਰਾ ਕਰਦਾ ਹੈ, ਜਿਹਨੂੰ ਇਹ ਬ੍ਰਹਮ ਭੋਜ ਕਹਿ ਰਿਹਾ ਹੈ। ਸਾਲ ਮਗਰੋਂ ਛੋਲੇ ਪੂਰੀਆਂ, ਦੇਸੀ ਘਿਓ ਦੇ ਮਾਲ ਪੂੜੇ, ਖੀਰ ਬਣਾਉਂਦਾ ਹੈ। ਤੇ ਲੋਕਾਂ ਦੇ ਵਿੱਚ ਕਹਿਣ ਦਾ ਭਾਵ, ਇਹਨੇ ਆਪਣੀ ਦਿੱਖ ਹੈ ਜਿਹੜੀ ਉਹ ਧਰਮੀ ਵਾਲੀ ਬਣਾਈ ਹੋਈ ਹੈ ਵੀ ਮਲਕ ਭਾਗੋ ਤਾਂ ਬੜਾ ਧਰਮੀ ਬੰਦਾ ਹੈ, ਆਏ ਸਾਲ ਭੰਡਾਰਾ ਕਰਦਾ ਹੈ, ਆਏ ਸਾਲ। ਪਰ ਸਾਰਾ ਸਾਲ ਲੋਕਾਂ ਦੇ ਹੱਕ ਖਾਂਦਾ, ਠੱਗੀਆਂ ਮਾਰਦਾ। ਅੱਜ ਵੀ ਬਹੁਤ ਨੇ ਸਾਲ ਭਰ ਠੱਗੀਆਂ ਮਾਰਦੇ ਐ, ਸਾਲ ਮਗਰੋਂ ਕਹਿੰਦੇ ਲੰਗਰ ਲਾਤਾ। ਬੋਲੋ ਸਤਨਾਮ। ਅੱਜ ਵੀ ਬਥੇਰੇ 364 ਦਿਨ ਠੱਗੀਆਂ ਮਾਰ ਕੇ 365ਵੇਂ ਦਿਨ ਲੰਗਰ ਲਾ ਦਿੰਦੇ ਐ। ਅੱਜ ਘਾਟਾ ਨਹੀਂ ਕੋਈ। ਚਲੋ ਹੁਣ ਇਹਦਾ ਏਦਾਂ ਦਾ ਜੀਵਨ ਹੈ। ਜਿਸ ਵੇਲੇ ਇੱਥੇ ਜਦੋਂ ਗੁਰੂ ਜੀ ਭਾਈ ਲਾਲੋ ਜੀ ਕੋਲ ਰਹਿ ਰਹੇ ਐ, ਇਹ ਮਲਕ ਭਾਗੋ ਦਾ ਭੰਡਾਰਾ ਆ ਗਿਆ ਸਾਲਾਨਾ। ਇਹਨੇ ਸਾਰੇ ਮਨਾਦੀ ਕਰਾਈ। ਉਹਨਾਂ ਸਮੇਂ ਚ ਆਪ ਨੂੰ ਪਤਾ ਮਨਾਦੀ ਹੁੰਦੀ ਸੀ ਨਾ, ਢੋਲ ਵਾਲਾ ਢੋਲ ਵਜਾਉਂਦਾ ਧਿਆਨ ਖਿੱਚਣ ਵਾਸਤੇ ਲੋਕਾਂ ਦਾ, ਵੀ ਸੁਣਨ ਵੀ ਕੋਈ ਬੋਲਣਗੇ ਕੁਛ। ਢੋਲ ਵਜਾ ਕੇ ਕਹਿੰਦਾ ਸੁਣੋ ਸੁਣੋ ਸੁਣੋ, ਮਲਕ ਭਾਗੋ ਜੀ ਦਾ ਸਾਲਾਨਾ ਭੰਡਾਰਾ ਫਲਾਨੇ ਦਿਨ ਨੂੰ ਆ ਰਿਹਾ ਹੈ। ਕਿਸੇ ਨੇ ਆਪਣੇ ਚੁੱਲ੍ਹੇ ਵਿੱਚ ਅੱਗ ਨਹੀਂ ਬਾਲਣੀ, ਸਾਰਿਆਂ ਨੂੰ ਚੁੱਲ੍ਹੇ ਨਿਉਂਦ ਦਿੱਤੀ ਜਾ ਰਹੀ ਹੈ। ਚੁੱਲ੍ਹਾ ਨਹੀਂ ਕਿਸੇ ਘਰ ਮੱਚਣਾ ਚਾਹੀਦਾ। ਸਾਰਿਆਂ ਨੇ ਮਲਕ ਭਾਗੋ ਜੀ ਦੇ ਭੰਡਾਰੇ ਦੇ ਵਿੱਚ ਭੋਜਨ ਕਰਨਾ ਹੈ। ਬ੍ਰਹਮ ਭੋਜ ਕੀਤਾ ਜਾ ਰਿਹਾ ਹੈ, ਸਾਲਾਨਾ ਭੰਡਾਰਾ। ਏਦਾਂ ਢੋਲ ਵਾਲਾ ਬੋਲ ਕੇ ਅੱਗੇ ਜਾ ਕੇ ਫਿਰ ਢੋਲ ਖੜਕਾ ਕੇ ਏਦਾਂ ਹੀ ਬੋਲਦਾ ਹੈ। ਚਲੋ ਜੀ ਮਨਾਦੀ ਕਰਾ ਦਿੱਤੀ ਸਾਰੇ ਵੀ ਚੁੱਲ੍ਹਾ ਨਾ ਭਾਈ ਕਿਸੇ ਘਰ ਮੱਚਣਾ ਚਾਹੀਦਾ, ਸਾਰਿਆਂ ਨੇ ਉੱਥੇ ਹੀ ਛਕਣਾ ਹੈ। ਚੁੱਲ੍ਹੇ ਨੇ ਆਉਂਦਾ ਸਭ ਨੂੰ। ਚਲੋ ਜੀ ਭੰਡਾਰੇ ਦਾ ਦਿਨ ਆ ਗਿਆ।
बड़ी दुनिया जा रही है शक शक के। गुरु नानक बाबा जी, भाई लालो ते भाई मरदाना जी नहीं गए, बाकी सब गए। मलक भागो ने पुछना किया अपने बंदियां नूं कि कोई रहा तो नहीं, आ गए सारे? वो कहते जी होर तां सारे आ गए। आकड़ च बोलते ना थोड़ी जी च, कहते एक तां लालो तखान नहीं आया। ਉਹਦੇ ਬੰਦੇ ਕਹਿੰਦੇ ਇੱਕ ਉਹਨਾਂ ਦੇ ਘਰੇ ਨਾ 2 ਫਕੀਰ ਆਏ ਹੋਏ ਆ ਕਈ ਦਿਨਾਂ ਦੇ, ਇੱਕ ਉਹ ਨਹੀਂ ਆਏ, ਬਾਕੀ ਸਭ ਆ ਗਏ। ਜਦੋਂ ਇੰਨਾ ਕਿਹਾ ਉਸ ਵੇਲੇ ਮਲਕ ਭਾਗੋ ਕਹਿੰਦਾ ਅੱਜ ਇਹ ਬ੍ਰਹਮ ਭੋਜ ਦੇ ਵਿੱਚੋਂ ਕੋਈ ਰਹਿਣਾ ਨਹੀਂ ਚਾਹੀਦਾ, ਸਭ ਨੇ ਅੱਜ ਭੰਡਾਰੇ 'ਚ ਛਕਣਾ ਤੇ ਤੁਸੀਂ ਲੈ ਕੇ ਆਓ ਉਹਨਾਂ ਨੂੰ, ਅੱਜ ਰਹਿਣਾ ਨਹੀਂ ਚਾਹੀਦਾ ਕੋਈ। ਲਓ ਜੀ, ਮਾਲਕ ਭਾਗੋ ਦੇ ਭੇਜੇ ਹੋਏ ਬੰਦੇ ਕਹਿ ਲੋ, ਕਰਮਚਾਰੀ ਕਹਿ ਲੋ, ਭਾਈ ਲਾਲੋ ਦੇ ਘਰ ਆ ਗਏ ਤੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਜੀ ਤੁਹਾਨੂੰ ਨਹੀਂ ਪਤਾ ਲੱਗਿਆ, ਮਨਾਦੀ ਤਾਂ ਕਰਾਈ ਸੀ ਬਹੁਤ, ਅੱਜ ਭੰਡਾਰਾ ਹੋ ਰਿਹਾ ਮਾਲਕ ਭਾਗੋ ਜੀ ਦਾ, ਬੜਾ ਧਰਮਾਤਮਾ ਬੰਦਾ ਤੇ ਤੁਸੀਂ ਵੀ ਚੱਲ ਕੇ ਛੋਲੇ ਪੂਰੀਆਂ ਛਕੋ, ਦੇਸੀ ਘਿਓ ਦੇ ਮਾਲ ਪੂੜੇ ਬਣੇ ਐ, ਖੀਰ ਬਣੀ ਹੈ, ਤੁਸੀਂ ਵੀ ਚੱਲੋ, ਬਹੁਤ ਵੱਡਾ ਬੰਦਾ ਹੈ ਜੀ। ਉਹਦੇ ਬੰਦੇ ਕਹੇ ਗੁਰੂ ਨਾਨਕ ਸਾਹਿਬ ਨੂੰ, ਬੜਾ ਵੱਡਾ ਬੰਦਾ ਜੀ, ਆਏ ਸਾਲ ਭੰਡਾਰਾ ਕਰਦਾ ਹੈ, ਤੁਸੀਂ ਵੀ ਚੱਲ ਕੇ ਭੰਡਾਰੇ ਵਿੱਚੋਂ ਭੋਜਨ ਪਾਓ, ਚੱਲ ਕੇ ਦੇਖੋ ਕੀ 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 ਕੁਛ ਬਣਿਆ ਹੋਇਆ ਖਾਣ ਪੀਣ ਨੂੰ, ਤੁਸੀਂ ਕਾਤੇ ਨਹੀਂ ਆਏ? ਉਹ ਬੋਲੀ ਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਨਾਲ ਬਰਨਾ ਗਹਿਰੀ ਨਿਗਾਹ ਵੇਖਦੇ ਰਹੇ, ਬੋਲੇ ਕੁਛ ਨਹੀਂ, ਦੇਖਦੇ, ਉਹ ਆਪ ਹੀ ਬੋਲੀ ਗਏ, ਬਹੁਤ ਵੱਡਾ ਬੰਦਾ ਹੈ ਜੀ। ਜਦੋਂ ਹਟਈ ਨਾ, ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਬੋਲ ਕੇ ਕਹਿਣਾ ਪਿਆ। ਕੀ ਕਹਿੰਦੇ ਨੇ ਗੁਰੂ ਨਾਨਕ ਬਾਬਾ ਜੀ ਉਹਨਾਂ ਨੂੰ? ਖਰੀਆਂ ਖਰੀਆਂ ਸੁਣਾਉਂਦੇ। ਹੁਣ ਇਤਿਹਾਸ ਚੱਲ ਪਿਆ ਜੀ, ਦੱਸਣਾ ਪੈਂਦਾ ਨਾ ਵਿੱਚ ਦੀ, ਤਾਂ ਤੇ ਫਿਰ ਉਹ ਜਦੋਂ ਕਹਿਣ ਬੜਾ ਵੱਡਾ ਬੰਦਾ, ਬੜਾ ਵੱਡਾ ਬੰਦਾ ਹੈ, ਤੇ ਗੁਰੂ ਨਾਨਕ ਬਾਬਾ ਜੀ ਉਹਨਾਂ ਨੂੰ ਕਹਿੰਦੇ ਕੀ ਸਾਡਾ ਕੋਈ ਨਾ ਸੰਬੰਧ ਇਹ ਜੇ ਵੱਡਿਆਂ ਦੇ ਨਾਲ, ਕੋਈ ਨਾ ਸੰਬੰਧ ਇਹ ਜੇ ਵੱਡਿਆਂ ਦੇ ਨਾਲ, ਕੋਈ ਨਾ ਸੰਬੰਧ ਇਹ ਜੇ ਵੱਡਿਆਂ ਦੇ ਨਾਲ, ਸਾਡਾ ਕੋਈ ਨਾ ਸੰਬੰਧ ਇਹ ਜੇ ਵੱਡਿਆਂ ਦੇ ਨਾਲ। ਗੁਰੂ ਨਾਨਕ ਬਾਬਾ ਜੀ ਕਹਿੰਦੇ ਸਾਡਾ ਇਹੋ ਜਿਹੇ ਵੱਡਿਆਂ ਨਾਲ ਸੰਬੰਧ ਹੀ ਕੋਈ ਨਹੀਂ, ਵੱਡਾ 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 ਲਾਈ ਹੈ। ਕਿਹੜੇ ਵੱਡਿਆਂ ਨਾਲ ਸੰਬੰਧ ਨਹੀਂ ਜੀ? ਜਿਹੜਾ ਕਿਸੇ ਦਾ ਹੱਕ ਮਾਰ ਕੇ ਵੱਡਾ ਬਣਿਆ ਹੋਇਆ। ਗੁਰੂ ਜੀ ਕਹਿੰਦੇ ਸਾਲ ਭਾ ਠੱਗੀਆਂ ਮਾਰੀ ਜਾਂਦੇ ਐ, ਸਾਲ ਮਗਰੋਂ ਧਰਮੀ ਬਣ ਕੇ ਬਹਿ ਜਾਂਦੇ ਐ। ਖਰੀਆਂ ਸੁਣਾਤੀਆਂ ਉਹਨਾਂ ਨੂੰ, ਸਾਲ ਭਾ ਠੱਗੀਆਂ, ਸਾਲ ਮਗਰੋਂ ਧਰਮੀ ਬਣ ਕੇ ਬਹਿ ਜਾਂਦੇ ਐ। ਕਿ ਸਾਲ ਭਾ ਠੱਗੀਆਂ ਮਾਰ ਕੇ ਸਾਲ ਮਗਰੋਂ ਕੋਈ ਭੰਡਾਰਾ ਕਰਕੇ ਧਰਮੀ ਬਣ ਜਾਂਦਾ ਹੈ? ਵੱਡਾ ਵੱਡਾ ਲਾਈ ਹੈ, ਸਾਡਾ ਕੋਈ ਸੰਬੰਧ ਨਹੀਂ ਇਹ ਜਾਣਾ। ਹੁਣ ਇਹ ਖਰੀਆਂ ਸੁਣਾਤੀਆਂ ਗੁਰੂ ਬਾਬਾ ਜੀ ਨੇ ਸੱਚੀਆਂ। ਸੱਚ ਤਿੱਖਾ ਹੁੰਦਾ, ਰੁੱਖਾ ਨਹੀਂ ਹੁੰਦਾ। ਇਹ ਲੱਗ ਗੱਲ ਹੈ ਵੀ ਝੂਠੇ ਨੂੰ ਸੱਚ ਕੌੜਾ ਲੱਗਦਾ ਹੈ, ਕੌੜਾ ਹੁੰਦਾ ਨਹੀਂ। ਬਿਮਾਰ ਬੰਦੇ ਨੂੰ ਜਿਵੇਂ ਮਿੱਠਾ ਦੁੱਧ ਕੌੜਾ ਲੱਗਦਾ ਹੈ ਨਾ, ਏਦਾਂ ਹੁਣ ਉਹਨਾਂ ਨੂੰ ਤਾਂ ਸੱਚੀਆਂ ਗੱਲਾਂ ਕੌੜੀਆਂ ਲੱਗੀਆਂ ਹੋਣਗੀਆਂ। ਕੀ ਬਾਬਾ ਜੀ ਕੌੜਾ ਬੋਲੇ ਨੇ ਹੁਣ ਗੁਰੂ ਨਾਨਕ ਬਾਬਾ? ਨਾ ਜੀ, ਗੁਰੂ ਬਾਬਾ ਜੀ ਤਾਂ ਸੱਚੀਆਂ ਗੱਲਾਂ ਕਹੀਆਂ। ਝੂਠੇ ਨੂੰ ਸੱਚ ਕੌੜਾ ਲੱਗਦਾ ਹੀ ਲੱਗਦਾ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜਦੋਂ ਕੋਈ ਸੱਚੀ ਗੱਲ ਕਰਦਾ ਝੂਠੇ ਨੂੰ ਤਾਂ ਅੱਗ ਲੱਗ ਜਾਂਦੀ ਹੈ। ਹੁਣ ਮਲਕ ਭਾਗੋ ਦੇ ਬੰਦੇ ਨੂੰ ਤਾਂ ਅੱਗ ਲੱਗੀ, ਪਰ ਗੁਰੂ ਬਾਬਾ ਨੇ ਤਾਂ ਸੱਚ ਹੀ ਕਿਹਾ ਵੀ ਸਾਲ ਭਾ ਠੱਗੀਆਂ ਮਾਰ ਕੇ ਸਾਲ ਮਗਰੋਂ ਭੰਡਾਰਾ ਕਰਕੇ ਕੋਈ ਧਰਮੀ ਨਹੀਂ ਬਣ ਜਾਂਦਾ। ਲੋਕਾਂ ਦੇ ਹੱਕ ਖਾ ਕੇ ਕੋਈ ਵੱਡਾ ਬਣ ਜਾਂਦਾ ਹੈ? ਵੱਡਾ ਇਹੋ ਜਿਹੇ ਵੱਡੇ, ਸਾਡਾ ਨਹੀਂ ਸੰਬੰਧ ਇਹੋ ਜਿਹੇ ਵੱਡਿਆਂ ਨਾਲ। ਸੱਚੀਆਂ ਨੇ ਨਾ, ਚਲੋ ਖਰੀਆਂ ਖਰੀਆਂ ਸੁਣਾਈਆਂ ਮੁੜਿਆ ਏ। ਮਲਕ ਭਾਗੋ ਕਹਿੰਦਾ ਆਉਂਦੇ ਐ। ਇਹ ਕਹਿੰਦੇ ਤੁਸੀਂ ਤਾਂ ਜੀ ਆਉਣ ਦੀ ਗੱਲ ਕਰਦੇ ਹੋ, ਉਹ ਤਾਂ ਰੁੱਖਾ ਹੀ ਬੜਾ ਬੋਲਦੇ ਆ, ਕੌੜਾ ਬੜਾ ਬੋਲਦੇ ਆ। ਕਹਿੰਦਾ ਨਾ ਝੂਠਿਆਂ ਨੇ ਕੌੜਾ ਦੇਖਾ, ਉਹ ਸੱਚ ਨੂੰ ਝੂਠੇ ਕੌੜੇ ਹੀ ਕਹਿੰਦੇ ਹੁੰਦੇ ਆ। ਉਹ ਤਾਂ ਜੀ ਕੌੜਾ ਹੀ ਬੜਾ ਬੋਲਦੇ ਆ। ਪਹਿਲੀ ਵਾਰ ਦੇਖਿਆ ਕੋਈ ਮਹਾਤਮਾ ਕੌੜਾ ਬੋਲਦੇ। ਲੈ ਦੇਖੋ, ਲਾਤਾ ਨਾ ਫਤਵਾ, ਦੇਖੋ
कहते कौड़ा बोलते पहली बार देखे महात्मा। मालक भागो कहता की कहते है, कहते वो तो कहते साडा तां संबंध ही नहीं इहो जिहियां नाल, इहो जिहे वड्डियां नाल ठगियां मार के कोई भंडारा करके धर्मी बन जांदा है। इन्ना के दस्या जदों मालक भागो हंकार है ना, उस वेले मारे सप वांगू हंकारे फुकारे मारे खुंद हूं आए कहते हैं जाओ 10 भी जाने होर लै जाओ, जे तां मूहरे लग के आ गए तां ठीक है, नहीं तां खिच धू के लेके आयो। यह जे बड्डियां कोल यही कुछ हुंदा ना, कहंदा जां तां खिच के ले आयो, जे मूहरे लग के आ गए तां ठीक है, जाओ दुबारे जाओ। जिस वेले आ गए इकट्ठे होके दुबारे हौला हौला कर दे आके गुरु नानक साहब नूं कहंदे जां तां मूहरे लग के तुर पो, तुहानूं लाजमी लेके जाना भंडारे च, ते नहीं फिर तुहानूं खिच के लेके जावांगे। गुरु नानक बाबा जी कहंदे तुसीं साथों की कराउणा भंडारे च, आदा भंडारा करी चलो, तुसीं साथों की कराउणा, तुसीं रहण दिओ, सार लो कोई गल नहीं। कहंदे ना जी सरदा ही नहीं, लेके जाना तुहानूं लाजमी। गुरु बाबा जी ने फिर कहा भी सार लो साथ, तुसीं की कराउणा है, जो करदे हो करी चलो। ना जी लाजमी लेके जाना, मूहरे तो तुर पो, फिर नहीं तो फिर खिच के लेके जावांगे। गुरु बाबा जी कहते खिच के लेके जाऊंगे थोड़ा जोर ही वाहवा लगू, फिर साझा चढ़ू थोड़ा। असीं ना किसी की खिचला करा के घट ही राजी हैं, चलो जे नहीं सरदा तां भाई चलते हैं, बोलो सतनाम। वो फिर साझा चढ़ू थोड़ा तो खिचोगे ना तू, असीं खिचला जी घट ही करा के राजी हैं किसी की, चलो जी नहीं सरदे तां लो जी। गुरु नानक साहब जी भाई मरदाना भाई लालो दे समेत तुर पे। वो जिहड़े सी पिछे मुश्किलियां जे हसदे आउण, क्यों? क्योंकि उन्हां दी मत्ती इन्नी क सी ना, उन्हां दे भादा असीं जित गए, बाबा मूहरे ला लिया। उन्हां दे भादा यही सी ना भी जित गए असीं, पर इन्हां नूं पता नहीं हुंदा भी जित हार की हुंदी है। चलो वो मगर हसदे तुरे आउंदे आ। गुरु नानक साहब जी पहुंच गए वो भंडारे वाली थां ते, अगे लालो बैठा है पसला मारी, वो लोकां दे हक खा खा के पसरिया बैठा है। तां जिस वेले गुरु नानक साहब पहुंच गए, मलक भागो खड़ा नहीं होया, हंकारी है ना, एक मैंडर हुंदा होर की। बैठा बैठा ही पता की कहंदा, बैठा बैठे ही हंकार दे विच ना भाई लालो कन्नी हथ करके कहंदा, गुरु नानक साहब नूं कहंदा लालो हथ लालो कन्नी कीता। गुरु नानक साहब नूं कहंदा आ तखाण दियां सुक्कियां रोटियां खाई जाने हो किन्ने दिनां दे, अज तां के देसी घिओ दे मालपूड़े खा लंदे, बोलो सतनाम। तखाण दियां रोटियां भी खाई जाने सुक्कियां। इन्ना कहा गुरु नानक साहब कुछ नहीं बोले, पर गहरा गहरा वेख्या मलक भागो वाला, जदों कुछ ना बोले फिर हंकार दे विच, क्यों हंकारी कदों चुप करदा। मैं क्या जी तुसीं कोई दस्से नहींगा, तखाण दियां सुक्कियां रोटियां खाई जाने हो किन्ने दिनां दे, आ सानूं अज साडे छोले पूरियां साडे देसी घिओ दे माल पूड़े खीर नहीं चंगी लगदी। गुरु जी फिर चुप रहे भी चलो। वो हंकारी फिर मैं कहा जी तुसीं तखाण दियां सुक्कियां रोटियां खाई जाने हो, सुन चंगे नहीं लगे माल पूड़े, जो हटे ही ना बार बार। गुरु बाबा जी कहते मलक वो मलक ओ कानू परख दे गरीबां दियां रोटियां, देखा तेरे माल पूड़ियां, कानू परख दे गरीबां दियां रोटियां, देखा तेरे माल पूड़ियां, कानू परख दे गरीबां दियां रोटियां, देखा तेरे माल पूड़ियां,
ਗੁਰੂ ਨਾਨਕ ਬਾਬਾ ਜੀ ਕਹਿੰਦੇ ਮਲਕ ਇੰਨਾ ਹੰਕਾਰੀ ਹੋ ਗਿਆ, ਉਹ ਕਿਰਤੀ ਦਾ ਪ੍ਰਸ਼ਾਦਾ ਪਰਖਦਾ, ਉਹ ਕਿਰਤੀ ਦਾ ਪ੍ਰਸ਼ਾਦਾ ਪਰਖਦਾ। ਲਿਆ ਤੇਰੇ ਮਾਲ ਪੂੜੇ ਚੰਗਾ ਹੈ ਕਿਹੇ ਜੇ ਬਣਾਏ ਦੇਖ ਲਈਏ, ਕੀ ਕੁਛ ਬਣਾਇਆ ਲਿਆ। ਹੁਣ ਉਹਨੂੰ ਕੀ ਪਤਾ ਤੇ ਭਲਾ ਛਕਣਗੇ। ਆਪਣੇ ਹੀ ਕਿਸੇ ਬੰਦੇ ਨੂੰ ਇਸ਼ਾਰਾ ਕੀਤਾ, ਥਾਲਾ ਲੈਣ ਚਲਿਆ ਗਿਆ। ਗੁਰੂ ਨਾਨਕ ਬਾਬਾ ਜੀ ਮਲਕ ਭਾਗੋਂ ਨਾਲ ਗੱਲੀਂ ਪੈ ਗਏ। ਕਹਿੰਦੇ ਮਲਕ ਇਹ ਭੰਡਾਰਾ ਆਏ ਸਾਲ ਕਰਦਾ ਹੈ? ਚੌੜਾ ਹੋ ਕੇ ਕਹਿੰਦਾ ਹਾਂ ਜੀ, ਕਈ ਸਾਲ ਤੋਂ ਲੈ ਕੇ ਸਾਲਾਨਾ ਭੰਡਾਰਾ ਚੱਲ ਰਿਹਾ ਹੈ। ਗੁਰੂ ਬਾਬਾ ਜੀ ਕਹਿੰਦੇ ਹੱਕ ਸੱਚ ਦੀ ਕਮਾਈ ਚੋਂ ਕਰਦਾ ਹੈ? ਮਲਕ ਨੀਵੀਂ ਪਾ ਗਿਆ। ਬੋਲੋ ਸਤਨਾਮ। ਪਹਿਲਾਂ ਚੌੜਾ ਹੋ ਕੇ ਕਹਿੰਦਾ ਹਾਂ ਜੀ ਕਈ ਸਾਲ ਤੋਂ ਚੱਲਦਾ ਸਾਲਾਨਾ। ਜਦੋਂ ਗੁਰੂ ਬਾਬਾ ਜੀ ਕਹਿੰਦੇ ਬੜੀ ਤਾਕਤ ਹੁੰਦੀ ਹੈ ਸ਼ਬਦ ਵਿੱਚ, ਬੋਲਾਂ ਵਿੱਚ। ਤਾਂ ਤੇ ਮਲਕ ਝੂਠਾ ਸੀ। ਜਦੋਂ ਗੁਰੂ ਜੀ ਨੇ ਨਾ ਹੌਲੀ ਕੇ ਕਿਹਾ ਹੱਕ ਸੱਚ ਦੀ ਕਮਾਈ ਚੋਂ ਕਰਦਾ ਇਹ ਭੰਡਾਰਾ ਸਾਲਾਨਾ, ਨੀਵੀਂ ਪਾ ਗਿਆ। ਉਸੇ ਵੇਲੇ ਫੂਕ ਜੀ ਨਿਕਲ ਗਈ ਇੱਕ ਲਫ਼ਜ਼ ਨਾਲ ਹੀ, ਇੱਕ ਵਜਨ ਨਹੀਂ ਫੂਕ ਜੀ ਕੱਢਤੀ। ਜਦੋਂ ਨੀਵੀਂ ਪਾ ਗਿਆ ਨਾ ਤੇ ਗੁਰੂ ਬਾਬਾ ਜੀ ਕਹਿੰਦੇ ਮਲਕ ਕੱਚੀਆਂ ਕੰਧਾਂ ਤੇ ਪਲਾਸਟਰ ਕਰਦਾ ਲੱਗਦਾ। ਇਸ਼ਾਰਾ ਦਿੱਤਾ, ਹੋਰ ਅੰਦਰ ਨੂੰ ਵੜਦਾ ਜਾਂਦਾ ਹੁਣ ਮਲਕ ਭਾਗੋ, ਕਿਉਂ ਸੱਚ ਦੇ ਬਾਣ ਲੱਗਦੇ ਆ। ਉਹ ਮਲਕਾ ਕੱਚੀਆਂ ਕੰਧਾਂ ਤੇ ਪਲਾਸਟਰ ਕਰਦਾ ਲੱਗਦਾ, ਬੁਨਿਆਦ ਤੇਰੀ ਕੱਚੀ ਹੈ। ਉੱਤੋਂ ਉੱਤੋਂ ਧਰਮੀ ਹੋਣ ਦਾ ਦਿਖਾਵਾ ਕਰਦਾ, ਕੱਚੀਆਂ ਕੰਧਾਂ ਤੇ ਪਲਾਸਟਰ ਨਹੀਂ ਖੜਦਾ ਹੁੰਦਾ। ਕੱਚੀਆਂ ਕੰਧਾਂ ਤੇ ਪਲਾਸਟਰ ਕਰਦਾ ਉਹ ਮਲਕ। ਦਾਲ ਬੀਜਦਾ, ਦਾਲ ਬੀਜਦਾ। ਉਹ ਦਾਲ ਕਦੇ ਹਰੀ ਹੋਈ ਹੈ? ਉਹ ਮਲਕ ਹੱਕ ਸੱਚ ਦੀ ਕਮਾਈ ਬੀਜ ਹੁੰਦੇ ਆ, ਬੀਜਿਆਂ ਹਰੇ ਹੁੰਦੇ ਆ। ਹੱਕ ਸੱਚ ਦੀ ਕਮਾਈ ਵਿੱਚੋਂ ਕੋਈ ਧਰਮ ਦਾ ਕੰਮ ਕਰੇ, ਕਿਸੇ ਲੋੜਵੰਦ ਦੀ ਸਹਾਇਤਾ ਕਰੇ, ਕਿਸੇ ਭੁੱਖੇ ਨੂੰ ਭੋਜਨ ਛਕਾਵੇ। ਜਿਹੜੀ ਛਲ ਕਪਟ ਦੀ ਕਮਾਈ ਹੈ ਨਾ, ਠੱਗੀਆਂ ਦੀ ਕਮਾਈ, ਉਹ ਮਲ ਕੇ ਦਾਲ ਹੁੰਦੀ ਹੈ। ਦਾਲ ਕੋਈ ਜਿੰਨੀ ਵੀ ਮਰਜ਼ੀ ਬੀਜ ਲਵੇ, ਉਹ ਮਲਕ ਕਦੇ ਦਾਲ ਨਹੀਂ ਹਰੀ ਹੋਈ। ਉਹ ਮਲਕ ਦਾਲ ਬੀਜਦਾ। ਉਹ ਯਾਦ ਰੱਖਿਓ ਮਲਕ, ਇਹ ਠੱਗੀਆਂ ਚੋਰੀਆਂ, ਉਹ ਲੋਕਾਂ ਦੇ ਹੱਕ ਖਾ ਕੇ ਤੇਰੇ ਇਹ ਕੀਤੇ ਹੋਏ ਪੁੰਨ ਦਾਨ, ਉਹ ਠੱਗੀਆਂ ਮਾਰ ਮਾਰ ਪੁੰਨ ਜਿਹੜੇ ਬੀਜਦੇ, ਯਾਦ ਰੱਖੀ ਹਰੇ ਹੋਣੇ। ਠੱਗੀਆਂ ਮਾਰ ਮਾਰ ਪੁੰਨ ਜਿਹੜੇ ਬੀਜਦੇ, ਯਾਦ ਰੱਖੀ ਹਰੇ ਹੋਣੇ। ਠੱਗੀਆਂ ਮਾਰ ਮਾਰ ਪੁੰਨ ਜਿਹੜੇ ਬੀਜਦੇ, ਯਾਦ ਰੱਖੀ ਹਰੇ ਹੋਣੇ।
ਹਰੇ ਹੋਏ ਜਾਗਰਤੀ ਹਰੇ ਹੋਏ ਜਾਗਰਤੀ ਹਰੇ ਹੋਏ ਗੁਰੂ ਜੀ ਕਹਿੰਦੇ ਮਲਕ ਭਾਗੋ ਤੇਰੇ ਠੱਗੀਆਂ ਮਾਰ ਕੇ ਕੀਤੇ ਪੁੰਨ ਹਰੇ ਨਹੀਂ ਹੋਣੇ। ਅੰਦਰ ਹਲ ਗਿਆ ਮਲਕ ਦਾ, ਅੰਦਰ ਸੱਚੇ ਵਚਨ ਦਾ ਅੰਦਰ ਹਲਾ ਦਿੰਦਾ। ਜਿਸ ਵੇਲੇ ਇਦਾਂ ਹੁਣ ਗੱਲਾਂ ਗੱਲਾਂ ਦੇ ਵਿੱਚ ਹੀ ਤਾਂ ਤੇ ਹੁਣ ਮਲਕ ਨੂੰ ਤਾਂ ਧਰਤੀ ਨਹੀਂ ਬੇਲ ਦਿੰਦੀ, ਇਹਨੇ ਨੂੰ ਆ ਗਿਆ ਥਾਲਾ ਜੋ ਰੱਖਿਆ ਨਾ ਕੋਲੇ ਲਿਆ ਕੇ, ਮਲਕ ਝਾਕੀ ਵੀ ਹੁਣ ਛਕਣਗੇ। ਗੁਰੂ ਸਾਹਿਬ ਕਹਿੰਦੇ ਥੋੜਾ ਦੂਰ ਰੱਖੋ। ਕਹਿੰਦੇ ਜੀ ਕੀ ਗੱਲ? ਗੁਰੂ ਸਾਹਿਬ ਕਹਿੰਦੇ ਮਲਕ ਇੰਨਾ ਮਾਲਪੂਣੇ ਦਾ ਮਾਣ ਕਰਦਾ ਹੋਇਆ, ਉਹ ਇੰਨਾ ਛੋਲੇ ਪੂਰੀਆਂ ਦਾ ਉਹ ਮਲਕ ਤੇਰੇ ਦੇਸੀ ਘਿਓ ਦੇ ਮਾਲਪੂਣੇ ਚ ਮੈਨੂੰ ਗਰੀਬਾਂ ਦੇ ਹੌਂਕੇ ਸੁਣਦੇ ਆ, ਦੂਰ ਕਰ ਲਾ। ਬੋਲੋ ਸਤਨਾਮ। ਉਹ ਨਿਰਾ ਹੀ ਖੂਨ, ਉਹ ਮਲਕ ਨਿਰਾ ਹੀ। ਤਾਂ ਤੇ ਅੰਦਰ ਹਲ ਗਿਆ, ਅੰਦਰ ਹਲ ਗਿਆ। ਕਹਿੰਦੇ ਲਾਲੋ ਦੇ ਹੱਕ ਸੱਚ ਦੇ ਪ੍ਰਸ਼ਾਦੇ ਚ ਤਾਂ ਦੁੱਧ ਹੈ, ਤੇਰੇ ਮਾਲਪੂੜਾਂ ਚ ਗਰੀਬਾਂ ਦਾ ਖੂਨ ਹੈ, ਖੂਨ ਹੈ ਗਰੀਬਾਂ ਦਾ ਖੂਨ, ਹੌਂਕੇ ਸੁਣਦੇ ਮੈਨੂੰ ਤੇਰੇ ਮਾਲਪੂੜਿਆਂ ਚੋਂ। ਜਦੋਂ ਅੰਦਰ ਹਲ ਗਿਆ, ਸੱਚ ਨੇ ਅੰਦਰ ਹਿਲਾ ਦਿੱਤਾ, ਮਲਕ ਅੰਦਰ ਚਲਿਆ ਗਿਆ ਉੱਠ ਕੇ। ਸੋਚਿਆ ਮੈਂ ਬਖਸ਼ਾ ਲਵਾਂ। ਬਖਸ਼ਾਉਣ ਦਾ ਕੀ ਤਰੀਕਾ, ਜੋ ਅੱਜ ਵੀ ਬੜੀ ਦੁਨੀਆ ਹੀ ਵਰਤਦੀ ਹੈ ਤਰੀਕਾ, ਏਦਾਂ ਕੋਈ ਬਖਸ਼ਿਆ ਨਹੀਂ ਜਾਂਦਾ। ਪਰ ਪਤਾ ਕੀ ਕੀਤਾ, 2 ਮੋਹਰਾਂ ਦੀਆਂ ਭਰੀਆਂ ਥੈਲੀਆਂ ਚੁੱਕ ਲਿਆ। ਕੋਈ ਠੱਗੀ ਦੀ ਬਥੇਰੀ ਮਾਇਆ ਸੀ, ਲਿਆ ਕੇ ਗੁਰੂ ਨਾਨਕ ਬਾਬਾ ਜੀ ਦੇ ਚਰਨਾਂ 'ਚ ਰੱਖ ਕੇ ਕਹਿੰਦਾ ਜੀ ਮੈਨੂੰ ਬਖਸ਼ ਦਿਓ। ਗੁਰੂ ਨਾਨਕ ਬਾਬਾ ਜੀ ਨੂੰ ਚੜਿਆ ਵੀਰ ਰਸ, ਮੇਰਾ ਬਾਬਾ ਹੋ ਗਿਆ ਖੜਾ, ਮਾਰਿਆ ਠੇਡਾ ਪਾਸੇ ਕਰ ਲਾ। ਉਹ ਆਪਦੀਆਂ ਛਲ ਕਪਟ ਠੱਗੀ ਚੋਰੀ ਦੀਆਂ ਮੋਹਰਾਂ ਨੂੰ, ਮੈਂ ਕੋਈ ਸੌਦੇ ਕਰਨ ਵਾਲਾ ਫਕੀਰ ਨਹੀਂ ਜਿਹੜਾ ਕਿਸੇ ਠੱਗ ਤੋਂ ਚੜਾਵਾ ਲੈ ਕੇ ਆਸ਼ੀਰਵਾਦ ਦੇ ਦੂੰਗਾ। ਬੋਲੋ ਸਤਨਾਮ। ਪਾਸੇ ਕਰ ਲਾ, ਠੇਡਾ ਮਾਰ ਦਿੱਤਾ। ਉਹ ਕਹਿੰਦਾ ਫਿਰ ਕਹਿੰਦਾ ਬਖਸ਼ ਲੋ। ਗੁਰੂ ਜੀ ਕਹਿੰਦੇ ਪਰੇ ਕਰ ਲਾ, ਲੋਕਾਂ ਨਾਲ ਠੱਗੀਆਂ ਮਾਰ ਕੇ ਕਿਸੇ ਨੂੰ ਚੜਾਵਾ ਚੜਾ ਕੇ ਕੋਈ ਬਖਸ਼ਿਆ ਨਹੀਂ ਜਾਂਦਾ। ਜਿਹੜਾ ਇਹੋ ਜਿਹੇ ਚੜਾਵੇ ਲੈਂਦਾ ਉਹ ਤਾਂ ਆਪ ਵੀ ਉਹਦੇ ਪੱਲੇ ਤਾਂ ਕੁਛ ਨਹੀਂ ਹੁੰਦਾ, ਉਹ ਤਾਂ ਆਪ ਵੀ ਮਾਰਿਆ ਪੱਟਿਆ ਜਾਂਦਾ। ਉਹ ਮਲਕ ਲੋਕਾਂ ਨਾਲ ਠੱਗੀਆਂ ਮਾਰ ਕੇ ਕਿਸੇ ਧਰਮ ਸਥਾਨ ਤੇ ਚੜਾ ਕੇ ਜਾਂ ਕਿਸੇ ਸਾਧੂ ਮਹਾਤਮਾ ਕਹਾਉਣੇ ਨੂੰ ਚੜਾ ਕੇ ਚੜਾਵਾ ਕੋਈ ਬਖਸ਼ਿਆ ਨਹੀਂ ਜਾਂਦਾ। ਆਪਾਂ ਵੀ ਸਿੱਖਿਆ ਲੈ ਲਓ ਵੀ ਲੋਕਾਂ ਨਾਲ ਠੱਗੀਆਂ ਮਾਰ ਕੇ ਕਿਤੇ ਚੜਾਵਾ ਚੜਾਤਾ ਕੋਈ ਬਖਸ਼ਿਆ ਜਾਂਦਾ। ਆ ਸਿੱਖਿਆ ਲੈਣੀ ਹੈ ਆਪਾਂ ਸਾਰਿਆਂ ਨੇ। ਗੁਰੂ ਜੀ ਕਹਿੰਦੇ ਮੈਂ ਕੋਈ ਸੌਦੇ ਕਰਨ ਵਾਲਾ ਫਕੀਰ ਨਹੀਂ ਜਾਂ ਠੱਗ ਤੋਂ ਚੜਾਵਾ ਲੈ ਕੇ ਆਸ਼ੀਰਵਾਦ ਦੇ ਦੂੰ। ਤੇ ਅੱਜ ਤਾਂ ਠੱਗ ਬਾਬੇ ਤੇ ਠੱਗ ਦੁਨੀਆ ਹੋ ਗਈ। ਅੱਜ ਤਾਂ ਠੱਗੀ ਮਾਰੀ ਹੋਵੇ ਕਿਤੇ ਕੁਛ ਨਹੀਂ, ਕੋਈ ਲਿਜਾ ਕੇ ਕਿਸੇ ਨੂੰ ਘਰੇ ਜਾਣੀ ਕਿ 10,000 ਦਾ ਚੋਲਾ ਦੇ ਦੇ, 10,000 ਦੀ ਗੁੱਟੀ ਦੇ ਦੇ, 10 ਪਲੇਟਾਂ ਲਾ ਦੇ। ਕਹਿੰਦੇ ਜੀ ਗੁਰਮੁਖਾਂ ਦਾ ਕਾਰੋਬਾਰ ਵਧੇ। ਕਾਰੋਬਾਰ ਪੁੱਛੇ ਨਹੀਂ, ਭਾਵੇਂ ਸ਼ਰਾਬ ਵੇਚਦਾ ਹੋਵੇ, ਭਾਵੇਂ ਭੁੱਕੀ ਵੇਚਦਾ ਹੋਵੇ, ਭਾਵੇਂ ਫੀਮ ਵੇਚਦਾ ਹੋਵੇ। ਕਹਿੰਦਾ ਕਾਰੋਬਾਰ ਵਧੇ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ। ਦਾ ਮਤਲਬ ਸ਼ਰਾਬ ਦੇਣੇ ਦੁੱਗਣੀ ਰਾਤ ਨੂੰ ਚੌਗੁਣੀ ਵਿਕਣ ਲੱਗੇ ਜੀ। ਬੋਲੋ ਸਤਨਾਮ। ਆਹ ਕੰਮ ਹੈ ਜਦੋਂ ਪੁੱਛਦੇ ਹੀ ਨਹੀਂ, ਪੁੱਛਦੇ ਹੀ ਨਹੀਂ। ਤਾਂ ਤੇ ਅੱਜ ਨਹੀਂ ਕੋਈ ਪੁੱਛਦਾ, ਨਾ ਨਾ ਨਾ। ਨਾਲ ਗੁਰੂ ਬਾਬਾ ਜੀ ਨੇ ਇੱਕ ਵਚਨ ਕਿਹਾ ਸੀ, ਉਹ ਤੇਰੇ ਵਰਗੇ ਠੱਗਾਂ ਦੀ ਜਿੱਥੇ ਚੜਾਵੇ ਚੜਦੇ ਆ ਨਾ, ਉੱਥੇ ਬਿਲਡਿੰਗ ਤਾਂ ਸੋਹਣੀ ਬਣ ਸਕਦੀ ਹੈ, ਪਰ ਉਸ ਬਿਲਡਿੰਗ ਵਿੱਚ ਕਦੇ ਸੁਰਤ ਰੱਬ ਨਾਲ ਨਹੀਂ ਜੁੜੂਗੀ। ਉੱਥੇ ਝਗੜੇ ਲੜਾਈਆਂ ਹੀ ਹੋਣਗੀਆਂ, ਅੱਜ ਹੋਈ ਜਾਂਦੀਆਂ। ਬੋਲੋ ਸਤਨਾਮ। ਆਹ ਗੱਲ ਕਹੀ ਸੀ ਉੱਥੇ ਮਲਕ ਭਾਗੋਂ, ਜਿੱਥੇ ਤੇਰੇ ਵਰਗੇ ਠੱਗਾਂ ਦੀ ਨਾ ਜਿੱਥੇ ਮਾਇਆ ਚੜ ਜਾਵੇ, ਬਿਲਡਿੰਗ ਤਾਂ ਸੋਹਣੀ ਬਣ ਸਕਦੀ ਹੈ, ਪਰ ਉਸ ਬਿਲਡਿੰਗ ਦੇ ਵਿੱਚ ਬੈਠ ਕੇ ਸੁਰਤ ਰੱਬ ਨਾਲ ਨਹੀਂ ਜੁੜੂਗੀ। ਉੱਥੇ ਝਗੜੇ ਪੈਂਦੇ ਆ, ਲੜਾਈਆਂ ਹੁੰਦੀਆਂ। ਇਹ ਧਰਮ ਏਦਾਂ ਨਹੀਂ ਵੀ ਠੱਗੀਆਂ ਮਾਰਨੀਆਂ, ਚੜਾਵੇ ਚੜਾਤੇ ਤੇ ਕੁਛ ਹੋ ਜੂ ਨਾ। ਸਾਖੀ ਤੋਂ ਸਿੱਖਿਆ ਮਿਲ ਗਈ ਨਾ। ਜਦੋਂ ਉਹਨੇ ਫੇਰ ਕਿਹਾ ਜੀ ਮੈਨੂੰ ਬਖਸ਼ ਦਿਓ ਤੀਜੀ ਵਾਰ, ਫਿਰ ਗੁਰੂ ਜੀ ਨੇ ਮਾਰਗ ਦੱਸਤਾ। ਪਰ ਝਿੜਕ ਕੇ ਬਖਸ਼ਦੇ ਲਾਈ ਐ, ਮੈਂ ਕੌਣ ਐ ਤੈਨੂੰ ਬਖਸ਼ਣ ਵਾਲਾ? ਠੱਗੀਆਂ ਲੋਕਾਂ ਨਾਲ ਮਾਰੇ, ਬਖਸ਼ਾਂ ਤੈਨੂੰ ਮੈਂ? ਜਾਂ ਬਖਸ਼ਾ ਉਹਨਾਂ ਤੋਂ ਜਿਨ੍ਹਾਂ ਨਾਲ ਠੱਗੀਆਂ ਮਾਰੀਆਂ। ਬੋਲੋ ਸਤਨਾਮ। ਜਿਨ੍ਹਾਂ ਦੇ ਹੱਕ ਖਾਦੇ ਐ ਜਾ ਕੇ ਮੋੜ ਉਹਨਾਂ ਨੂੰ, ਮਾਫੀਆਂ ਮੰਗ। ਜੇ ਉਹ ਬਖਸ਼ਣ ਜਿਨ੍ਹਾਂ ਠੱਗੀਆਂ ਮਾਰੀਆਂ, ਬਖਸ਼ਿਆ ਜਾਏਗਾ। ਮਾਰਗ ਵੀ ਦੇਤਾ। ਫਿਰ ਕਹਿੰਦੇ ਮਲਕ ਭਾਗੋ ਜਿਨ੍ਹਾਂ ਦੇ ਹੱਕ ਖਾਦੇ ਉਹਨਾਂ ਤੋਂ ਮਾਫੀਆਂ ਮੰਗੀਆਂ, ਮਾਇਆ ਮੋੜੀ ਤਾਂ ਤੇ ਸਿੱਧੇ ਰਾਹ ਪਿਆ। ਏਦਾਂ ਗੁਰੂ ਬਾਬਾ ਜੀ ਨੇ ਠੱਗ ਤੋਂ ਚੜਾਵਾ ਨਹੀਂ ਲਿਆ, ਠੱਗ ਨੂੰ ਖਰੀਆਂ ਖਰੀਆਂ ਸੁਣਾ ਕੇ ਸਿੱਧੇ ਰਾਹ ਪਾਇਆ। ਬੋਲੋ ਸਤਨਾਮ। ਸਿੱਧੇ ਰਾਹ ਪੈ ਗਿਆ। ਅੱਜ ਤਾਂ ਗੁੱਟੀਆਂ ਲੈ ਕੇ ਕਹਿ ਦਿੰਦੇ ਆ ਕਾਰੋਬਾਰ ਵਧੇ।
ਗੁੱਟੀਆਂ ਲੈ ਕੇ ਐਂ ਕਰ ਦਿੰਦੇ ਆ, ਦੱਸ ਲੈ ਐਂ ਇਹਦੇ ਨਾਲ ਕੀ ਬਣਦਾ, ਇਹਦੇ ਨਾਲ ਕੁਛ ਨਹੀਂ ਹੁੰਦਾ। ਚਲੋ ਜੀ, ਸਾਖੀ ਤੋਂ ਸਿੱਖਿਆ ਮਿਲ ਗਈ ਆਪਾਂ ਨੂੰ।